ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਪੁਲਵਾਮਾ ਹਮਲੇ ਵਿੱਚ ਡੀਐਸਪੀ ਦਵਿੰਦਰ ਸਿੰਘ ਦੀ ਭੂਮਿਕਾ ਅਜੀਤ ਡੋਵਲ ਲਈ ਕਰਦਾ ਸੀ ਕੰਮ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਪੁਖਤਾ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਔਰ ਜੋ ਤੁਸੀਂ ਸਾਨੂੰ ਮੈਸੇਜ ਲਿਖੇ ਨੇ ਪਹਿਲੇ ਸੈਗਮੈਂਟ ਤੇ ਪਹਿਲੇ ਅਹਿਮ ਇਸ਼ੂ ਤੇ ਸਾਨੂੰ ਮਿਲ ਚੁੱਕੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜੋ ਅੱਜ ਦਾ ਦੂਸਰਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 550 ਸਾਲ ਦੀ ਸਿੱਖ ਹਿਸਟਰੀ 'ਚ ਬੇਸ਼ੱਕ ਚੈਲੰਜਸ ਸਾਨੂੰ 1606 ਤੋਂ ਵੱਡੇ ਚੈਲੰਜ ਸਾਹਮਣੇ ਆਏ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ। ਬਿਲਕੁਲ। ਮੁਗਲਿਆ ਪੀਰੀਅਡ, ਫਿਰ ਦਰਾ ਖੈਬਰ ਪਾਰ ਦੇ ਹਮਲਾਵਰ, ਔਰ ਫਿਰ ਅਸੀਂ ਦੇਖਦੇ ਹਾਂ ਕਿ ਪੂਰੀ ਇੱਕ ਸਦੀ ਦੀ ਸਟਰਗਲ, ਫਿਰ 1849 ਤੋਂ ਅੰਗਰੇਜ਼ੀ ਰਾਜ 98 ਸਾਲ, ਜਿਨ੍ਹਾਂ ਨੇ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਉੱਤੇ ਮਹੰਤਾਂ ਨੂੰ ਔਰ ਜਿਹੜੇ ਇਸ ਕਿਸਮ ਦੇ ਲੋਕ ਪਿੱਠੂ ਸੀ ਉਹਨਾਂ ਨੂੰ ਕਾਬਜ਼ ਕਰਵਾਇਆ ਜੀ। ਉਹਨਾਂ ਨੂੰ ਖਾਨਦਾਨੀ ਹਕੂਕ ਦਿੱਤੇ ਕਿ ਵੀ ਉਹਨਾਂ ਦੇ ਹੀ ਨਾਂ ਉਹ ਜਾਇਦਾਦਾਂ ਕਰਵਾਈਆਂ, ਔਰ ਬੜੀਆਂ ਕੁਰਬਾਨੀਆਂ ਦੇ ਨਾਲ ਬੇਸ਼ੱਕ ਸਿੱਖਾਂ 'ਚ ਧਾਰਮਿਕ ਰਿਫਾਰਮ ਦੇ ਲਈ ਸਿੰਘ ਸਭਾ ਲਹਿਰ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਉਹਨਾਂ ਨੇ 1850 60 ਤੋਂ ਹੀ ਖਾਸ ਤੌਰ 'ਤੇ ਵੱਡਾ ਕੰਮ ਕੀਤਾ। ਚੀਫ ਖਾਲਸਾ ਦੀਵਾਨ ਨੇ ਐਜੂਕੇਸ਼ਨ ਦੇ ਵਿੱਚ ਕੰਮ ਕੀਤਾ। ਫਿਰ ਅਕਾਲੀ ਲਹਿਰ ਜਿਹੜੀ ਸਾਕਾ ਨਨਕਾਣਾ ਸਾਹਿਬ ਫਰਵਰੀ 1920 ਤੋਂ ਲੈ ਕੇ ਜਿਹੜੀ ਜੈਤੋ ਦਾ ਮੋਰਚਾ 1924 ਤੱਕ ਚੱਲੀ, ਵੱਡੀਆਂ ਕੁਰਬਾਨੀਆਂ ਕਰਕੇ ਗੁਰਦੁਆਰੇ ਜਿਹੜੇ ਨੇ ਉਹ ਲਿਬਰੇਟ ਹੋਏ ਮਹੰਤਾਂ ਤੋਂ, ਗੁਰਦੁਆਰਾ ਐਕਟ ਬਣਿਆ। ਔਰ ਹੁਣ ਉਸ ਨੂੰ ਵੀ ਇੱਕ ਸਦੀ 2020 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ 100 ਸਾਲ ਹੋ ਚੱਲੇ। ਸੋ ਇਹਨਾਂ 5.5 ਸਦੀਆਂ ਦੇ ਇਤਿਹਾਸ 'ਚ ਜੇ ਮੈਨੂੰ ਕੋਈ ਇਹ ਸਵਾਲ ਪਾਏ ਕਿਸੇ ਕੁਇਜ਼ ਦੇ ਵਿੱਚ ਕਿ ਐਸਾ ਕਿਹੜਾ ਬੰਦਾ ਹੈ ਇੱਕ ਜਿਹਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਸਿੱਖਾਂ ਦਾ, ਤੇ ਉਹਦੇ 'ਚ ਉਹ ਜਹਾਂਗੀਰ ਨਹੀਂ ਹੋਏਗਾ, ਉਹ ਔਰੰਗਜ਼ੇਬ ਨਹੀਂ ਹੋਏਗਾ, ਉਹ ਜ਼ਕਰੀਆ ਖਾਨ ਨਹੀਂ ਹੋਏਗਾ, ਉਹ ਖਾਨ ਬਹਾਦਰ ਨਹੀਂ ਹੋਏਗਾ, ਉਹ ਅਹਿਮਦ ਸ਼ਾਹ ਅਬਦਾਲੀ ਨਹੀਂ ਹੋਏਗਾ, ਉਹ ਲਾਰਡ ਲਾਹੌਜ਼ੀ ਨਹੀਂ ਹੋਏਗਾ, ਉਹ ਕੋਈ ਹੋਰ ਨਹੀਂ ਹੋਏਗਾ। ਉਹ ਇੱਕ ਬੰਦਾ ਹੈ, ਉਹ ਹੈ ਪ੍ਰਕਾਸ਼ ਸਿੰਘ ਬਾਦਲ। ਜਿਸ ਬੰਦੇ ਨੇ ਸਿੱਖ ਏਜੰਡਾ ਡਿਸਟਰੋਏ ਕੀਤਾ, ਸਿੱਖ ਸੰਸਥਾਵਾਂ ਡਿਸਟਰੋਏ ਕੀਤੀਆਂ, ਸਿੱਖੀ ਵਕਾਰ ਡਿਸਟਰੋਏ ਕੀਤਾ, ਔਰ ਜਿਸ ਤਰੀਕੇ ਨਾਲ ਸਿੱਖ ਕੌਮ ਨੂੰ ਲਿਜਾ ਕੇ RSS ਦੇ ਪੈਰਾਂ ਦੇ ਵਿੱਚ ਸੁੱਟ ਦਿੱਤਾ ਹੈ। ਅੱਜ ਅਫਸੋਸ ਹੁੰਦਾ ਹੈ ਕਿ ਜੇ ਕਸ਼ਮੀਰ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਆਉਂਦਾ ਹੈ, ਆਰਟੀਕਲ 370 ਦੀ ਗੱਲ, ਤੇ ਇਹ ਬਾਦਲਾਈਟ ਜਿਹੜੇ ਨੇ ਉਹ RSS ਦੇ ਨਾਲ, ਮੋਦੀ ਨਾਲ ਖਲੋਤੇ ਨੇ। ਜੇ ਸਿਟੀਜ਼ਨ ਅਮੈਂਡਮੈਂਟ ਜਿਹੜਾ ਬਿੱਲ ਆਉਂਦਾ ਹੈ ਉਸ ਦੇ ਵਿੱਚ ਵੀ ਇਹ ਨਾਲ ਜਾ ਕੇ ਖਲੋਤੇ ਨੇ। ਕਿਵੇਂ ਇਹਨਾਂ ਨੇ ਉਹ ਗਲੋਰੀਅਸ ਹਿਸਟਰੀ ਅਕਾਲੀਆਂ ਦੀ, ਇੱਕ ਪੀਰੀਅਡ ਸੀ ਕਿ ਇਹ ਅਕਾਲੀ ਲਫ਼ਜ਼ ਕੁਰਬਾਨੀ ਦਾ ਪ੍ਰਤੀਕ ਸੀ, ਔਰ ਇਹ ਇੱਕ ਜੋਕ ਫਾਰਮ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਦੋ ਬੀਬੀਆਂ ਪਿੰਡ ਦੀਆਂ ਆਪਸ ਦੇ ਵਿੱਚ ਲੜ ਪਈਆਂ ਤਾਂ ਹੁੰਦਾ ਇਹ ਹੈ ਵੀ ਜਿਹੜੀ ਪਹਿਲਾਂ ਚੁੱਪ ਕਰ ਜਾਏ ਉਹ ਹਾਰ ਗਈ, ਔਰ ਉਹ ਦੋਨੋਂ ਬਰਾਬਰ ਤੇ ਇੱਕ ਦੂਜੇ ਨੂੰ ਅਕਿਊਜ਼ ਕਰ ਰਹੀਆਂ। ਤੇ ਫਿਰ ਇੱਕ ਬੀਬੀ ਜਿਹੜੀ ਆ ਉਹ ਦੂਜੀ ਨੂੰ ਕਹਿੰਦੀ ਹੈ, ਜਾ ਤੇਰਾ ਘਰ ਵਾਲਾ ਅਕਾਲੀ ਹੋ ਜਾਏ, ਨਾ ਤੂੰ ਸੁਹਾਗਣਾ 'ਚ ਰਹਿ ਨਾ ਰੰਡੀਆਂ 'ਚ ਰਹਿ। ਹੁਣ ਇਹਦਾ ਮਤਲਬ ਇਹ ਸੀ ਕਿਉਂਕਿ ਅਕਾਲੀਆਂ ਦਾ ਇਹੀ ਹੁੰਦਾ ਸੀ ਮੋਰਚਿਆਂ 'ਚ ਜਾਣਾ, ਜੇਲਾਂ ਇੱਕ 'ਚੋਂ ਬਾਹਰ ਨਿਕਲਦੇ ਸੀ, ਸਾਲ 2 ਸਾਲ ਬਾਅਦ ਨਵਾਂ ਮੋਰਚਾ ਲੱਗ ਪੈਂਦਾ ਸੀ। ਤੇ ਅਕਾਲੀਆਂ ਦਾ ਮਤਲਬ ਹੁੰਦਾ ਸੀ ਕਿ ਸਿਰਫ ਉਹਨਾਂ ਦੇ ਕੋਲ ਕਸ਼ਹਿਰਾ ਹੁੰਦਾ ਸੀ ਜਿਹੜਾ ਉਹਨਾਂ ਨੇ ਮੋਢੇ ਤੇ ਟੰਗਣਾ ਤੇ ਘਰ ਵਾਲਿਆਂ ਨੂੰ ਫਤਿਹ ਬੁਲਾ ਦੇਣੀ ਹੈ। ਜੇ ਮੋਰਚਾ ਲੱਗ ਗਿਆ, ਪੰਥ ਨੇ ਆਵਾਜ਼ ਮਾਰੀ ਹੈ, ਤਾਂ ਹੁਣ ਅਸੀਂ ਗ੍ਰਿਫਤਾਰੀਆਂ ਚੱਲੇ। ਕਿੱਥੇ ਉਹ ਹਿਸਟਰੀ 1920 ਦੀ ਜਿਹੜੇ ਅਕਾਲੀ ਸਾਕਾ ਨਨਕਾਣਾ ਸਾਹਿਬ ਦਾ ਤੁਸੀਂ ਦੇਖਦੇ ਹਾਂ, ਜਿਉਂਦੇ ਜੀ ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ। 130 ਤੋਂ ਜ਼ਿਆਦਾ ਸ਼ਹੀਦੀਆਂ ਮਹੰਤ ਨਰੈਣੂ ਦੇ ਗੁੰਡਿਆਂ ਦੇ ਹੱਥੋਂ, ਉਹੀ ਜਿਹੜੇ ਗੁਰੂ ਕੇ ਬਾਗ ਦੇ ਵਿੱਚ ਡਾਂਗਾਂ ਖਾਂਦੇ, ਉਹੀ ਜਿਹੜੇ ਜੈਤੋ ਦੇ ਮੋਰਚੇ ਵੇਲੇ ਮਸ਼ੀਨ ਗੰਨਾਂ ਦੇ ਸਾਹਮਣੇ ਖਲੋਤੇ। ਔਰ ਇਹੀ ਨਹੀਂ ਵੀ ਗੱਲ ਉੱਥੇ ਮੁੱਕੀ, 1930 'ਚ 40 'ਚ ਫਿਰ 47 ਤੋਂ ਬਾਅਦ ਵੀ ਬੇਸ਼ੱਕ 47 ਦਾ ਬਲੰਡਰ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਯਾਨੀ ਕਰਤਾਰ ਸਿੰਘ ਨੇ ਕੀਤਾ, ਪਰ ਇਹ ਕ੍ਰੈਡਿਟ ਅਕਾਲੀ ਦਲ ਨੂੰ ਜਾਂਦਾ ਹੈ ਕਿ ਭਾਈ ਜੇ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੈ,
ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗੇ ਤੇ ਉਹ ਸਾਰਾ ਜਿਹੜਾ ਪਾਰਟ ਹੈ ਜਿਹੜਾ ਈਵਨ 47 ਤੋਂ ਬਾਅਦ ਹੈ, ਆਪਣੀਆਂ ਕਮਜ਼ੋਰੀਆਂ ਦੇ ਬਾਵਜੂਦ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਪੰਥਕ ਏਜੰਡੇ ਦੇ ਥੱਲੇ ਸਿੱਖੀ ਦੀ ਪਛਾਣ, ਇਹ ਨਾਰਾ ਕਿ ਸਿੱਖਾਂ ਨੂੰ ਧਰਮ ਪਹਿਲਾਂ ਦੇਸ਼ ਪਹਿਲਾਂ ਨਹੀਂ ਹੈ, ਔਰ ਇਸ ਸਾਰੇ ਨੂੰ ਉਹਨਾਂ ਨੇ ਅਲਾਈਵ ਰੱਖਿਆ ਜਦੋਂ ਕਿ ਕੌਮ ਨੇ ਬੜੀ ਬੁਰੀ ਤਰ੍ਹਾਂ ਸਫਰ ਕੀਤਾ ਸੀ ਪਾਰਟੀਸ਼ਨ ਦੇ ਪੀਰੀਅਡ। ਲੇਕਿਨ ਇਸ ਬਾਦਲ ਨੇ ਔਰ ਇਸ ਦੇ ਕੋੜਵੇਂ ਨੇ ਜਿਹਦੇ 'ਚ ਇਹਦਾ ਮੁੰਡਾ ਹੁਣ ਅਕਾਲੀ ਦਲ ਦਾ ਪ੍ਰਧਾਨ ਹੈ, ਆਪ ਸਰਪ੍ਰਸਤ ਹੈ, ਨੂੰਹ ਜਿਹੜੀ ਆ ਉਹ ਵਜ਼ੀਰ ਬਣੀ ਹੋਈ ਹੈ, ਔਰ ਬਾਕੀ ਵੀ ਸਾਰਾ ਜੇ ਇੱਕ ਤੋਂ ਬਾਅਦ ਇੱਕ ਛੱਡ ਕੇ ਜਾ ਰਹੇ ਨੇ, ਕੋਈ ਟਕਸਾਲੀ ਦਲ ਬਣ ਰਿਹਾ ਹੈ, ਹੁਣ ਢੀਂਡਸਾ ਪਿਓ ਪੁੱਤਰ ਅੱਡ ਹੋਏ ਨੇ। ਇਹ ਨਹੀਂ ਹੈ ਵੀ ਇਹਨਾਂ 'ਚ ਕੋਈ ਬਹੁਤ ਪੰਥਕ ਪਿਆਰ ਜਾਗ ਪਿਆ, ਪਰ ਈਵਨ ਇਸ ਹੱਦ ਤੱਕ ਪ੍ਰਾਈਵੇਟ ਲਿਮਿਟਿਡ ਬਾਦਲ ਨੇ ਬਣਾ ਦਿੱਤਾ। ਪਹਿਲਾਂ ਤਾਂ ਇਸ ਨੇ 84 ਦੇ ਦੌਰ ਦੇ ਵਿੱਚ ਕੀ ਰੋਲ ਅਦਾ ਕੀਤਾ ਜੂਨ 84 ਵੇਲੇ, ਉਹ ਸਾਹਮਣੇ ਹੀ ਹੈ ਕਿ ਇਹੀ ਬਾਦਲ ਜਿਹੜਾ ਧਰਮ ਯੁੱਧ ਮੋਰਚੇ ਵੇਲੇ ਆਰਟੀਕਲ 25B ਫਾੜ ਰਿਹਾ ਚੰਡੀਗੜ੍ਹ 'ਚ ਗ੍ਰਿਫਤਾਰੀ, ਐਨ ਜਦੋਂ ਜੂਨ 84 ਦਾ ਹਮਲਾ ਹੁੰਦਾ ਹੈ, ਕਿਤੇ ਨੇੜੇ ਤੇੜੇ ਨਹੀਂ ਨਜ਼ਰ ਆਉਂਦਾ, ਕਿਤੇ ਹੋਰ ਯੂਪੀ ਦੇ ਫਾਰਮ 'ਚ ਬੈਠੇ, ਉੱਥੋਂ ਇਹ ਕਹਿ ਰਿਹਾ ਹੈ ਕਿ ਜੀ ਫੌਜੀ ਬੈਰਕਾਂ 'ਚੋਂ ਆ ਜਾਣ, ਅਫਸਰ ਅਸਤੀਫੇ ਦੇ ਦੇਣ। BBC ਦਾ ਇਹਦਾ ਇੰਟਰਵਿਊ ਹੈ। ਹਜ਼ਾਰਾਂ ਫੌਜੀਆਂ ਨੇ ਬੈਰਕਾਂ ਛੱਡੀਆਂ, ਜਿਨ੍ਹਾਂ 'ਚ ਕੁਝ ਮਾਰੇ ਗਏ, ਕੁਝ ਅੱਜ ਵੀ ਜਿਹੜੇ ਰਿਟਾਇਰਮੈਂਟ ਦੇ ਨੇੜੇ ਬੈਠੇ ਸੀ ਉਹ ਵਿਚਾਰੇ ਆਪਣੇ ਨੌਕਰੀਆਂ ਗਵਾ ਕੇ ਜਿਹੜੇ ਨੇ ਉਹ ਜੇਲ੍ਹਾਂ ਕੱਟ ਕੇ ਬਾਹਰ ਨਿਕਲੇ। ਔਰ ਕਿਵੇਂ ਇਹਨੇ ਫਿਰ ਬੇਨਤੇ ਦੇ ਰੂਲ ਦੇ ਵੇਲੇ ਹੁਣ ਇਹ ਸਾਹਮਣੇ ਆ ਕਿ ਕਿਵੇਂ KP ਗਿੱਲ ਬੁੱਚੜ ਇਹਨੂੰ ਬਰੀਫਿੰਗ ਕਰਦਾ ਸੀ, ਸਿੱਖ ਨੌਜਵਾਨ ਮਰਵਾਣ ਦੇ ਵਿੱਚ ਅੱਗੇ ਹੋਇਆ। ਕਿਵੇਂ ਉਹੀ ਬਾਦਲ ਹੈ 1993 ਜਦੋਂ UN ਸੈਕਟਰੀ ਜਨਰਲ ਬੂਟਰੋਸ ਗਾਲੀ ਦਿੱਲੀ 'ਚ ਜਾਂਦਾ ਹੈ ਤੇ ਉਸ ਡੈਲੀਗੇਸ਼ਨ ਦਾ ਹਿੱਸਾ ਹੈ ਜਿਹੜੇ ਉਹਦੇ ਕੋਲ ਮੰਗ ਕਰਨ ਗਏ ਸੀ ਕਿ ਸਿੱਖਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ। ਜੁਝਾਰੂ ਜਿਹੜੇ ਸ਼ਹੀਦ ਹੁੰਦੇ ਉਹਨਾਂ ਦੇ ਭੋਗਾਂ ਦੇ ਉੱਤੇ ਜਾ ਕੇ ਇਹ ਕਿਸ ਕਿਸਮ ਦੀਆਂ ਤਕਰੀਰਾਂ ਕਰਦਾ ਸੀ। ਫਿਰ ਕਿਵੇਂ ਇਹਨੇ ਡਿਸਟਰੋਏ ਕੀਤਾ ਸਿੱਖ ਜਵਾਨੀ ਨੂੰ, ਬੇਨਤੇ KP ਗਿੱਲ ਤੋਂ ਡਿਸਟਰੋਏ ਕੀਤਾ। ਔਰ ਉਹ ਅਕਾਲੀ ਦਲ ਜਿਹਦੀ ਪਛਾਣ ਹੀ ਸਿੱਖ ਮੁੱਦੇ, ਸਿੱਖ ਏਜੰਡੇ ਤੇ ਸੀ। 1996-97 ਦੇ ਵਿੱਚ, ਮੈਨੂੰ ਐਗਜ਼ੈਕਟ ਸਾਲ ਯਾਦ ਨਹੀਂ ਹੈ, ਮੋਗੇ ਦੇ ਵਿੱਚ ਜਿਹੜੀ ਅਕਾਲੀਆਂ ਨੇ ਕਾਨਫਰੰਸ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਹੁਣ ਇਹ ਸਾਡੀ ਸਿੱਖ ਪਾਰਟੀ ਨਹੀਂ ਹੈ, ਇਹਦੇ 'ਚ ਪੰਜਾਬੀ ਹਿੰਦੂ ਵੀ ਜਿਹੜੇ ਨੇ ਉਹਦਾ ਮੈਂਬਰ ਹੋ ਸਕਦੇ ਨੇ। ਸੋ ਇਹਨੇ ਪੰਜਾਬੀ ਪਾਰਟੀ ਦੇ ਨਾਂ ਥੱਲੇ ਪਹਿਲਾਂ ਤਾਂ ਸਿੱਖ ਜਿਹੜਾ ਏਜੰਡੇ ਦਾ ਹੀ ਬੇੜਾ ਗਰਕ ਕੀਤਾ। ਫਿਰ ਕਿਵੇਂ ਇਹਨਾਂ ਨੇ ਹੌਲੀ ਹੌਲੀ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ। ਸ਼੍ਰੋਮਣੀ ਕਮੇਟੀ, ਔਰ ਇਹ ਜਿਹੜਾ ਆਮ ਗੱਲ ਹੋ ਗਈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਉਹ ਬਾਦਲਾਂ ਦੇ ਲਿਫਾਫੇ 'ਚੋਂ ਨਿਕਲੇਗਾ, ਮੈਂਬਰ ਵੀ ਬੈਠੇ ਹੁੰਦੇ ਨੇ, ਮੌਕੇ 'ਤੇ ਲਿਫਾਫਾ ਖੋਲ੍ਹਿਆ ਜਾਂਦਾ। ਉਹ ਜੇ ਅਵਤਾਰ ਸਿੰਘ ਮੱਕੜ ਵਰਗਾ ਜਿਹੜਾ ਮਕਾਰ, ਉਹ ਆ ਗਿਆ 10-11 ਸਾਲ ਉਹ ਰਿਹਾ। ਫਿਰ ਬੀਬੀ ਜਗੀਰ ਕੌਰ ਆ ਗਈ ਜਿਹਨੇ ਆਪਣੀ ਧੀ ਵੀ ਤੇ ਉਹਦੀ ਕੁੱਖ ਦੇ ਬੱਚੇ ਦਾ ਵੀ ਮਰਡਰ ਉਹਦੇ ਲਿਫਾਫੇ 'ਚੋਂ ਨਿਕਲਿਆ। ਹੁਣ ਅੱਜ ਕੱਲ੍ਹ ਇਹ ਜਿਹੜਾ ਲੌਂਗੋਵਾਲ ਦਾ ਗੜਵਈ ਸੀ, ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ ਦਾ, ਇਹ ਲਿਫਾਫੇ 'ਚੋਂ ਨਿਕਲਿਆ 2 ਵਾਰ। ਸੋ ਸ਼੍ਰੋਮਣੀ ਕਮੇਟੀ ਡਿਸਟਰੋਏ ਕੀਤੀ। ਅਕਾਲ ਤਖਤ ਕਿਵੇਂ ਡਿਸਟਰੋਏ ਕੀਤਾ, ਉਹਦੇ 'ਚ ਸੌਦਾ ਸਾਧ ਦੇ ਖਿਲਾਫ ਹੁਕਮਨਾਮੇ ਦਾ ਜਿਹੜਾ ਸਾਰਾ ਪਾਰਟ ਹੈ ਕਿ ਕਿਵੇਂ ਉਹ ਤਾਂ ਸੰਗਤ ਦੇ ਦਬਾਅ ਕਰਕੇ ਉਹਨਾਂ ਦਾ ਜਾਰੀ ਕਰਨਾ ਮਜਬੂਰੀ ਬਣੀ, ਪਰ ਕਿਵੇਂ ਇਹਨਾਂ ਨੇ ਮੁੰਬਈ ਦੇ ਵਿੱਚ ਅਕਸ਼ੇ ਕੁਮਾਰ ਦੀ ਕੋਠੀ 'ਚ ਸੁਖਬੀਰ ਬਾਦਲ ਔਰ ਦੂਸਰੇ ਸਾਰਿਆਂ ਦੇ ਹੁਕਮ ਦੇ ਥੱਲੇ ਇਹ ਡਰਾਮਾ ਕੀਤਾ ਔਰ ਜਥੇਦਾਰਾਂ ਨੂੰ ਆਪਣੀ ਕੋਠੀ 'ਚ ਸੱਦ ਕੇ ਚੰਡੀਗੜ੍ਹ ਕਿਹਾ ਕਿ ਉਹ ਜਿਹੜਾ ਇਹਨਾਂ ਦਾ ਵਾਪਸ ਲਓ ਇਹਨਾਂ ਦੇ ਖਿਲਾਫ। ਫਿਰ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ। ਹੁਣ ਇਹਨੇ ਬਾਕੀਆਂ ਨੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ 18ਵੀਂ ਸਦੀ ਜਾਂ ਦੂਜੇ, ਉਹਨਾਂ ਨੇ ਸਿੱਖ ਮਾਰੇ ਹੋਣਗੇ, ਜ਼ਰੂਰ ਮਾਰੇ ਨੇ, ਪਰ ਸਿੱਖ ਮਾਰਨ ਨਾਲ ਤਾਂ ਨਹੀਂ ਮਰਦੇ। ਇਹਨੇ ਇੰਸਟੀਟਿਊਸ਼ਨਸ ਡਿਸਟਰੋਏ ਕਰ, ਜਿਵੇਂ ਅਕਾਲ ਤਖਤ ਨੂੰ ਜਿਹੜਾ ਹੈ ਉਹ ਬਿਲਕੁਲ ਆਪਣੇ ਜ਼ੇਰ ਕਰ ਲਿਆ ਹੈ, ਸ਼੍ਰੋਮਣੀ ਕਮੇਟੀ ਨੂੰ ਆਪਣੇ ਜ਼ੇਰ ਕਰ ਲਿਆ ਹੈ, ਸਿੱਖ ਏਜੰਡਾ ਡਿਸਟਰੋਏ ਕਰ ਦਿੱਤਾ ਹੈ। ਔਰ ਕਿੱਥੇ 84 ਤੋਂ ਪਹਿਲਾਂ ਧਰਮ ਯੁੱਧ ਮੋਰਚੇ ਦੀ ਇੱਕ ਡਿਮਾਂਡ ਸੀ ਜਿਹਦੇ ਲਈ ਜੂਨ 84 ਦੀਆਂ ਕੁਰਬਾਨੀਆਂ ਤੋਂ ਬਾਅਦ ਉਹ ਡਾਇਰੈਕਟ ਜਿਹੜਾ ਰਿਲੇ ਹੋਇਆ ਕਿ ਜੀ ਦਰਬਾਰ ਸਾਹਿਬ ਦਾ ਕੀਰਤਨ ਟਰਾਂਸਮੀਟਰ ਲਾਇਆ ਜਾਏ, ਜਿਸ ਟਰਾਂਸਮੀਟਰ ਰਾਹੀਂ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਦਰਬਾਰ ਸਾਹਿਬ ਦਾ ਕੀਰਤਨ ਸੁਣ ਸਕਣ। ਇਹ ਮੰਗ ਰਹੀ ਹੈ ਥਰੂ ਆਊਟ। ਕੁਰਬਾਨੀਆਂ ਹੋਈਆਂ ਜੂਨ 84 ਤੋਂ ਬਾਅਦ ਦੂਸਰੇ ਹਫਤੇ ਉਹ ਰਿਲੇ ਦੇ ਨਾਂ ਥੱਲੇ ਸ਼ੁਰੂ ਹੋ ਗਿਆ ਕੰਮ। ਪਰ ਕਿਵੇਂ ਇਹਨਾਂ ਨੇ ਬਾਦਲਾਂ ਦਾ ਢਿੱਡ ਨਹੀਂ ਭਰਿਆ, ਪੈਸਾ ਖਾ ਕੇ ਹਕੂਮਤ ਦਾ ਵੀ 5 ਵਾਰ ਇਹ ਮੁੱਖ ਮੰਤਰੀ ਰਿਹਾ, ਸ਼੍ਰੋਮਣੀ ਕਮੇਟੀ ਦਾ ਵੀ, ਇਹਨਾਂ ਨੇ PTC ਚੈਨਲ ਉਹ ਫਲੋਟ ਕੀਤਾ
ਕਿਵੇਂ ਫਿਰ ਦਰਬਾਰ ਸਾਹਿਬ ਦਾ ਕੀਰਤਨ ਗੁਰਬਾਣੀ ਤਾਂ ਇਹ ਜਗ ਮੇ ਚਾਨਣ ਹੈ, ਬਿਲਕੁਲ ਤੁਰਕੀ ਬਾਣੀ ਹੈ, ਇਸ ਦੇ ਉੱਤੇ ਕਿਸੇ ਦਾ ਪੇਟੈਂਟ ਹੋਣਾ, ਕਿਸੇ ਦਾ ਆਪਣਾ ਹੋਣਾ ਪ੍ਰਾਈਵੇਟ। ਔਰ ਅੱਜ ਵੀ ਜੇ ਹੁਣ ਇੱਥੇ ਤੁਸੀਂ ਦੇਖੋ ਪੀਟੀਸੀ ਤੋਂ ਇਹ ਹਰ ਇੱਕ ਨੂੰ ਪਤਾ ਹੈ ਬਾਦਲਾਂ ਦਾ ਚੈਨਲ ਹੈ, ਲੇਕਿਨ ਲੋਕਾਂ ਦੇ ਘਰਾਂ 'ਚ ਲੱਗਾ ਹੋਇਆ ਕਿਉਂ ਕਿ ਜੀ ਦਰਬਾਰ ਸਾਹਿਬ ਦਾ ਕੀਰਤਨ। ਔਰ ਉਹ ਬਾਕੀ ਸਭ ਤੋਂ ਹਕੂਕ ਖੋਹ ਲਏ ਗਏ ਕਿ ਕੋਈ ਹੋਰ ਉਹਨੂੰ ਕਰ ਹੀ ਨਹੀਂ ਸਕਦਾ, ਐਕਸਕਲੂਸਿਵ ਰਾਈਟ ਪੀਟੀਸੀ ਦਾ। ਸੋ ਇਹਨਾਂ ਨੇ ਤਾਂ ਗੁਰਬਾਣੀ ਵੀ ਪੇਟੈਂਟ ਕਰਵਾ ਲਈ। ਬਿਲਕੁਲ। ਔਰ ਇਹ ਡਿਬੇਟ ਕਿਉਂਕਿ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਪਿਛਲੇ ਸਾਰੇ ਹੀ 2-3 ਦਹਾਕਿਆਂ ਤੋਂ ਚੱਲ ਰਿਹਾ। ਪਰ ਅੱਜ ਅਸੀਂ ਕਿਉਂ ਡਿਸਕਸ ਕਰ ਰਹੇ ਹਾਂ, ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇਸ਼ੂ ਇੱਕ ਡਿਸਕਸ਼ਨ ਦਾ ਇਸ਼ੂ ਹੈ ਕਿ ਸਿੱਖ ਸਿਆਸਤ ਜਿਹੜਾ ਜ਼ਾਹਰ ਹੈ ਇੱਕ ਬੜਾ ਅੱਛਾ ਵੈਬ ਪੋਰਟਲ ਹੈ ਜਿਨ੍ਹਾਂ ਨੇ ਜਿਹੜੇ ਪੰਜਾਬ ਚੋਂ ਨਿਰਪੱਖਤਾ ਦੇ ਨਾਲ ਔਰ ਪੰਥਕ ਐਂਗਲ ਤੋਂ ਜਿਹੜੇ ਖਬਰਾਂ ਉਹ ਕੱਢਦੇ ਨੇ, ਇੰਟਰਵਿਊ ਵੀ ਕਰਦੇ ਨੇ, ਬਹੁਤ ਸਾਰੇ ਸੈਮੀਨਾਰ ਜਾਂ ਸੰਵਾਦ ਵੀ ਰਚਾਉਂਦੇ ਨੇ। ਔਰ ਦਰਬਾਰ ਸਾਹਿਬ ਦਾ ਹੁਕਮਨਾਮਾ ਜਿਹੜਾ ਕਿ ਜ਼ਾਹਰ ਹੈ ਇਹਨਾਂ ਨੇ ਆਪਣਾ ਪੇਟੈਂਟ ਬਣਾ ਕੇ ਰੱਖਿਆ ਹੋਇਆ ਹੈ, ਉਸ ਨੂੰ ਉਹ ਸਿੱਖ ਸਿਆਸਤ ਦੇ ਉੱਤੇ ਪੋਸਟ ਕਰਦੇ ਸੀ। ਜ਼ਾਹਰ ਹੈ ਕਿ ਸਿੱਖ ਸਿਆਸਤ ਨੈਟਵਰਕ ਜਿਹੜਾ ਉਹ YouTube ਦੇ ਉੱਤੇ ਵੀ ਹੈ, Facebook ਤੇ ਵੀ ਹੈ। ਜੀ ਇਹਨਾਂ ਨੇ Facebook YouTube ਨੂੰ ਕਹਿ ਕੇ ਕਿ ਜੀ ਇਹ ਸਾਡਾ ਪੇਟੈਂਟ ਯੂਜ਼ ਕਰ ਰਹੇ ਨੇ, ਸਾਡਾ ਪੇਟੈਂਟ ਹੈ, ਉਹਨੂੰ ਬਲੌਕ ਕਰਵਾ ਦਿੱਤਾ। ਦੇਖੋ ਹੁਣ ਇਹ ਚਰਚਾ ਸਾਹਮਣੇ ਆਈ। ਪੰਜਾਬ ਵਿਧਾਨ ਸਭਾ ਇਸ ਮੁੱਦੇ ਦੇ ਉੱਤੇ ਇਸ ਤੋਂ ਪਹਿਲਾਂ ਹੀ ਰੈਜ਼ੋਲੂਸ਼ਨ ਕਰ ਚੁੱਕੀ ਹੈ ਕਿ ਵੀ ਇਹ ਦਰਬਾਰ ਸਾਹਿਬ ਦਾ ਜਿਹੜਾ ਕੀਰਤਨ ਹੈ ਇਹ ਕੁੱਲ ਇਨਸਾਨੀਅਤ ਦਾ, ਇਹ ਬਾਦਲਾਂ ਦੀ ਜਾਇਦਾਦ ਨਹੀਂ ਹੈ, ਕਿਉਂਕਿ ਪੀਟੀਸੀ ਬਾਦਲਾਂ ਦੀ ਜਾਇਦਾਦ ਹੈ ਔਰ ਬਾਦਲਾਂ ਨੇ ਕਬਜ਼ਾ ਕੀਤਾ ਹੋਇਆ ਦਰਬਾਰ ਸਾਹਿਬ ਤੇ ਵੀ। ਉਹ ਤੁਸੀਂ ਹੋਰ ਕੋਈ ਉਹਦਾ ਰਿਲੇ ਕਰ ਹੀ ਨਹੀਂ ਸਕਦਾ, ਹੁਕਮਨਾਮਾ ਵੀ ਨਹੀਂ ਤੁਸੀਂ ਕਰ ਸਕਦੇ। ਹੁਣ ਇਹ ਡਿਬੇਟ ਭਖੀ ਹੈ ਔਰ ਇਸ ਵੇਲੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੇ ਹੀ ਥਾਪੇ ਜਥੇਦਾਰ ਨੇ, ਉਹਨਾਂ ਤੱਕ ਵੀ ਇਹ ਗੱਲ, ਕਿਉਂਕਿ ਸਿੱਖ ਸਿਆਸਤ ਨੇ ਇਹਨੂੰ ਬੜੇ ਚੰਗੇ ਢੰਗ ਨਾਲ ਸਾਰੇ ਇਸ਼ੂ ਨੂੰ ਆਰਟੀਕੂਲੇਟ ਕੀਤਾ ਹੈ, ਇਸ ਦੇ ਉੱਤੇ ਬਿਆਨ ਵੀ ਸ਼ੁਰੂ ਹੋਏ ਔਰ ਪਹਿਲਾਂ ਤਾਂ ਕਿਸੇ ਦਾ ਧਿਆਨ ਨਹੀਂ ਗਿਆ, ਪਰ ਹੌਲੀ ਹੌਲੀ ਹੁਣ ਈਵਨ ਮੈਂ ਦੇਖ ਰਿਹਾ ਸੀ ਕਿ ਕਾਫੀ ਪਾਸੇ ਡਿਸਕਸ਼ਨ ਸ਼ੁਰੂ ਹੋਈ ਹੈ। ਔਰ ਹੁਣ ਇਹ ਟੈਸਟ ਵੀ ਹੈ ਇਹਦੇ ਹਰਪ੍ਰੀਤ ਸਿੰਘ ਹੋਰਾਂ ਦੇ ਸਾਹਮਣੇ ਕਿ ਕੀ ਜਿਹੜਾ ਉਹ ਇਸ ਮੁੱਦੇ ਦੇ ਉੱਤੇ ਹੁਣ ਕੱਲੀ ਗੱਲ ਹੁਕਮਨਾਮੇ ਦੀ ਨਹੀਂ, ਜਿਵੇਂ ਕਿ ਹੁਣ ਇਹਨਾਂ ਨੇ ਦੇਖਿਆ ਬਾਦਲਾਂ ਨੇ ਵੀ ਇਹ ਤਾਂ ਇਸ਼ੂ ਬਣ ਗਿਆ ਔਰ ਫੇਸਬੁੱਕ ਨੇ ਔਰ YouTube ਨੇ ਤੋਂ ਬਲੌਕ ਕੀਤਾ, ਉਹਨਾਂ ਨੇ ਕਿਹਾ ਜੀ ਇਹ ਪੇਟੈਂਟ ਹੈ, ਹੁਕਮਨਾਮਾ ਤੁਸੀਂ ਕਿਵੇਂ ਦੇ ਸਕਦੇ ਹੋ। ਔਰ ਹੁਣ ਉਹਨਾਂ ਨੇ ਆਪਣਾ ਜਿਸ ਚੈਨਲ ਨੂੰ ਬਾਦਲ ਕੇ ਔਨ ਕਰਦੇ ਨੇ, ਪਰ ਇਸ ਦੇ ਲਈ ਉਹਨਾਂ ਨੇ ਇੱਕ ਹਿੰਦੂ ਚਿਹਰਾ ਐਜ਼ ਏ ਡਾਇਰੈਕਟਰ ਖੜਾ ਕੀਤਾ ਹੋਇਆ ਹੈ, ਉਸ ਦੀ ਸਟੇਟਮੈਂਟ ਅੱਜ ਲੱਗੀ ਹੈ। ਇਹਦਾ ਨਾਮ ਰਵਿੰਦਰਾ ਨਾਰਾਇਣ ਹੈ। ਹੁਣ ਇਹ ਪੀਟੀਸੀ ਦਾ ਕਰਤਾ ਧਰਤੇ ਦੇ ਬਾਦਲ ਨੇ, ਪਰ ਇਹ ਉਹਨੇ ਕਿਹਾ ਕਿ ਵੀ ਹੈਵ ਨੋ objection if anyone takes ਹੁਕਮਨਾਮਾ from PTC network and broadcasts ਰਵਿੰਦਰ ਨਾਰਾਇਣ। ਹੁਣ ਕਿਉਂਕਿ ਗੱਲ ਅਕਾਲ ਤਖਤ ਦੇ ਵਿਹੜੇ 'ਚ ਪਹੁੰਚੀ ਹੈ ਬਿਲਕੁਲ, ਔਰ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਹੁਣ ਆਪਣੀ ਕ੍ਰੈਡੀਬਿਲਿਟੀ ਬਣਾਉਣ ਦੀ ਕੋਸ਼ਿਸ਼ 'ਚ ਹੈ, ਕਿਉਂਕਿ ਅਲਟੀਮੇਟਲੀ ਬਾਦਲਾਂ ਦੇ ਨੋਮੀਨੀ ਹੈ ਔਰ ਅਸੀਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੀਆਂ ਨੇ। ਹੁਣ ਉਹਨਾਂ ਨੂੰ ਲੱਗਾ ਕਿ ਵੀ ਇਹ ਨਾ ਹੋਏ ਵੀ ਜਿਹੜਾ ਹਰਪ੍ਰੀਤ ਸਿੰਘ ਨੂੰ ਅਸੀਂ ਬਿਲਟ ਕਰਨ ਦੀ ਕੋਸ਼ਿਸ਼ ਦੇ ਵਿੱਚ 2-4 ਉਹਨਾਂ ਦੇ ਪੋਜ਼ਿਟਿਵ ਬਿਆਨ ਆਏ ਨੇ ਕਿ ਇਹ ਮਾਮਲੇ 'ਚ ਹੁਣ ਉਹ ਕੜਿੱਕੀ 'ਚ ਫਸ ਗਏ। ਉਹਨਾਂ ਨੇ ਕਿਹਾ ਜੀ ਇਹ ਪੀਟੀਸੀ ਤੋਂ ਹੀ ਐਲਾਨ ਕਰਵਾ ਦਿਓ ਕਿ ਜੀ ਇਹ ਤਾਂ ਅਸੀਂ ਤਾਂ ਨਹੀਂ, ਇਹ ਤਾਂ YouTube ਜਾਂ Facebook ਨੇ ਆਪਣੀ ਕੋਈ ਹੋਏਗਾ, ਉਹਨਾਂ ਦਾ ਪੇਟੈਂਟ ਲਾਅ ਹੋਇਆ, ਉਹਦੇ ਥੱਲੇ ਉਹ ਡਿਫਰੈਂਟਲੀ ਨੂੰ ਇੰਟਰਪ੍ਰੀਟ ਕਰਦੇ ਨੇ। ਔਰ ਇਹ ਇਸ ਹੱਦ ਤੱਕ ਜਾ ਕੇ ਆਪਣੇ ਆਪ ਨੂੰ ਹੁਣ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਅਸੀਂ ਤਾਂ ਜਿਹੜਾ ਬਹੁਤ ਸੇਵਾ ਕਰ ਰਹੇ ਹਾਂ ਫॉर द ਲਾਸਟ 22 ਇਅਰਸ। ਇਹ ਹੁਣ ਰਵਿੰਦਰ ਨਾਰਾਇਣ ਕਹਿ ਰਿਹਾ ਹੈ, ਪੀਟੀਸੀ ਦਾ ਮੈਨੇਜਿੰਗ ਡਾਇਰੈਕਟਰ ਐਂਡ ਪ੍ਰੈਜ਼ੀਡੈਂਟ, ਫॉर ਲਾਸਟ 22 ਇਅਰਸ ਮੀ ਐਂਡ ਮਾਈ ਟੀਮ immersed in love of ਗੁਰੂ, ਅਸੀਂ ਗੁਰੂ ਦੇ ਪਿਆਰ 'ਚ ਡੁੱਬੇ ਹੋਏ, have been engaged in telecast of sacred ਗੁਰਬਾਣੀ and ਹੁਕਮਨਾਮਾ from sacred Shri Harmandir Sahib for Sikh ਸੰਗਤ and are fortunate to be blessed for that। ਇਹ ਬਲੇਸਿੰਗ ਤੁਸੀਂ ਬਾਕੀਆਂ ਨੂੰ ਵੀ ਵੰਡ ਦਿਓ ਜਿਹੜੀ ਤੁਸੀਂ ਇੰਨੇ ਇਮਰਸ। ਉਹ ਸੁਖਵੀਰ ਬਾਦਲ ਵੀ ਇਹਨੂੰ ਪੁੱਛਿਆ ਅਸੈਂਬਲੀ 'ਚ ਕਿਸੇ ਨੇ ਕਿ ਤੂੰ ਅੰਮ੍ਰਿਤਧਾਰੀ ਹੈ, ਕਿਰਪਾਨ ਕਿੱਥੇ ਹੈ ਤੇਰੀ। ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇੰਗਲੈਂਡ 'ਚ ਆ ਗਏ ਜਾਂ ਦੂਜੇ ਬਾਕੀਆਂ ਨੂੰ ਸਿੱਖੀ ਦਾ ਸਬਕ ਪੜ੍ਹਾ ਰਹੇ ਨੇ, ਉਹ ਕਦੇ ਇਹਨੂੰ ਸੱਦ ਕੇ ਪੁੱਛ ਹੀ ਲੈਣ ਕਿ ਭਾਈ ਤੂੰ ਜਿਹੜਾ ਉਹ ਕਿੱਥੇ ਹੈ, ਤੇਰੇ ਕਕਾਰ ਕਿੱਥੇ ਨੇ। ਇਹਦੀ ਪਿਕਚਰ ਪਿੱਛੇ ਹੋਲੀ ਸਿਰ 'ਚ ਸੁਆਹ ਪਾਈ ਹੋਈ ਹੈ, ਰੰਗ ਵੀ ਤੇ ਟੱਬਰ ਵੀ ਉਹ ਸਾਰੀ ਜਿਹੜੀ ਆਈ ਹੈ, ਉਦੋਂ ਨਾ ਤਲਬ ਕੀਤਾ ਕਿ ਆ ਤੂੰ ਸਿੱਖ ਹੈ।
ਇਹ ਹੋਲੀ ਕਿਹੜਾ ਸਿੱਖ ਤਿਉਹਾਰ ਹੈ ਔਰ ਤੂੰ ਕੇਸਾਂ ਦੀ ਬੇਅਦਬੀ ਜਿਹੜਾ ਹੈ ਉਹ ਕਰ ਰਹੇ ਹੈ, ਇਹ ਸਾਰੇ 'ਚ ਰੰਗ ਪਾ ਕੇ। ਔਰ ਦੂਸਰਾ, ਸੋ ਕੁੱਲ ਮਿਲਾ ਕੇ ਇਹ ਲੰਬਾ ਚੌੜਾ ਉਹਨੇ ਵੀ ਵਰ ਚੋਜ਼ਨ ਫॉर ਦਿਸ ਸਰਵਿਸ ਬਾਈ ਗੁਰੂ ਬਾਈ ਫੋਲੋਇੰਗ ਰੂਲਸ ਐਂਡ ਰੈਗੂਲੇਸ਼ਨ। ਗੁਰੂ ਨੇ ਨਹੀਂ ਚੁਣਿਆ, ਬਾਦਲਾਂ ਦੇ ਕੁੱਤੇ ਹੋ ਤੁਸੀਂ। ਔਰ ਉਹਨਾਂ ਨੇ ਇਹ ਜਿਹੜਾ ਇਸ ਦੇ ਉੱਤੇ ਕਬਜ਼ਾ ਕੀਤਾ ਹੋਇਆ ਦਰਬਾਰ ਸਾਹਿਬ ਤੇ, ਔਰ ਗੁਰਬਾਣੀ ਨੂੰ ਵੀ ਪੇਟੈਂਟ ਕਰਵਾਇਆ। ਹੁਕਮਨਾਮਾ ਕੁੱਲ ਇਨਸਾਨੀਅਤ ਦੇ ਲਈ ਹੈ ਫਰਮਾਨ ਗੁਰੂ ਦਾ। ਤੁਸੀਂ ਉਹ ਵੀ ਜਿਹੜਾ ਜੇ ਕੋਈ ਜਿਹੜਾ ਉਹ ਰਾਈਟ ਤਾਂ ਤੁਸੀਂ ਕੀਰਤਨ ਦਾ ਆਪਣੇ ਕੋਲ ਰੱਖਿਆ ਹੀ ਹੋਇਆ, ਔਰ ਉਹਨਾਂ ਨੇ ਵੀ ਹੁਕਮਨਾਮਾ, ਕਿਉਂਕਿ ਐਸਜੀਪੀਸੀ ਦੇ ਵੈਬਸਾਈਟ ਤੇ ਹੁੰਦਾ ਹੈ, ਔਰ ਉਹਨੂੰ ਉਹਨਾਂ ਨੇ ਸਿੱਖ ਸਿਆਸਤ ਨੇ ਕੀਤਾ ਤੇ ਇਹਨਾਂ ਨੇ ਉਹਨਾਂ ਦਾ ਉਹ ਜਿਹੜਾ ਸਾਰਾ ਪਾਰਟ ਹੀ ਬਲੌਕ ਕਰਾ ਦਿੱਤਾ। ਔਰ ਹੁਣ ਜਿਹੜਾ ਉਹਨਾਂ ਨੇ ਇਸ ਸਾਰੇ ਦੇ ਥੱਲੇ ਇਹ ਸ਼ੈਲਟਰ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਇਕੱਲਾ ਇਹ ਨਹੀਂ ਦਿੰਦੇ, ਅਸੀਂ ਤਾਂ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਦਿੱਤਾ ਹੈ ਇਸ ਸਰਵਿਸ ਦਾ। ਅਸੀਂ ਤਾਂ ਬੜਾ ਹੰਬਲ ਉਹਨਾਂ ਨੂੰ ਪਹਿਲਾਂ ਇਹ ਪੁੱਛੋ ਕਿ ਵੀ ਇਹ ਜਿਹੜਾ ਤੁਸੀਂ ਇਹ ਦੱਸੋ ਕਿ ਪੀਟੀਸੀ ਨੇ ਇਸ ਸਾਰੇ ਪੀਰੀਅਡ 'ਚ ਗੁਰਬਾਣੀ ਕੀਰਤਨ ਵੇਚ ਕੇ, ਵਿਚ ਇਜ਼ ਦਾ ਓਨਲੀ ਥਿੰਗ ਜਿਹੜੀ ਇਹਨਾਂ ਦੀ ਵਿਕਦੀ ਹੈ, ਕਿੰਨੇ ਅਰਬ ਤੁਸੀਂ ਬਣਾਇਆ? ਪਹਿਲਾਂ ਤਾਂ ਉਹ ਸਾਰਾ ਜਮ੍ਹਾਂ ਕਰਾਓ। ਔਰ ਜੇ ਅਕਾਲ ਤਖਤ ਦੇ ਇਹ ਜਿਹੜੇ ਇਹਨਾਂ ਦੇ ਥਾਪੇ ਜਥੇਦਾਰ ਨੇ ਉਹਨਾਂ 'ਚ ਸੱਚਮੁੱਚ ਹੀ ਕੋਈ ਜੋ ਗੱਲਾਂ ਉੱਥੇ ਇੰਗਲੈਂਡ ਆ ਕੇ ਕੀਤੀਆਂ, ਇੰਟਰਵਿਊ ਦੇ ਰਹੇ ਨੇ, ਸਿੱਖਾਂ ਦਾ ਸਭ ਕੁਝ ਵੱਖਰਾ ਹੈ, ਇਹ ਭਾਰਤ ਨਾਲੋਂ ਸਭ ਕੁਝ ਸਾਡਾ ਵੱਖਰਾ ਚਾਹੀਦਾ ਹੈ ਕਿਉਂਕਿ ਹੈ ਹੀ ਵੱਖਰਾ, ਫਿਰ ਇਸ ਮਾਮਲੇ ਦੇ ਵਿੱਚ ਇਹ ਪਹਿਲਾ ਟੈਸਟ ਹੈ ਇਹਨਾਂ ਨੂੰ ਤਲਬ ਕਰਨ ਪਹਿਲਾਂ ਬਾਦਲਾਂ ਨੂੰ। ਔਰ ਜਦੋਂ ਤੋਂ ਇਹ ਪੀਟੀਸੀ ਦੇ ਕੋਲ ਰਾਈਟ ਹੈ, ਉਹਨਾਂ ਨੂੰ ਕਹੋ ਜੀ ਤੁਸੀਂ ਆਪਣੇ ਆ ਲਿਆਓ, ਕਿੰਨਾ ਤੁਸੀਂ ਇਹਦੇ ਚੋਂ ਪੈਸਾ ਬਣਾਇਆ, ਉਹ ਸਾਰਾ ਪੰਥ ਦੇ ਨਾਂ ਸ਼੍ਰੋਮਣੀ ਕਮੇਟੀ ਨੂੰ ਹੀ ਦਵਾ ਦਿਓ। ਔਰ ਇਹ ਗੁਰਬਾਣੀ ਕੀਰਤਨ ਜਿਹੜਾ ਦਰਬਾਰ ਸਾਹਿਬ ਦਾ ਇਹ ਖੁੱਲਾ ਕਰੋ, ਕੱਲਾ ਹੁਕਮਨਾਮਾ ਨਹੀਂ ਹੋ। ਹੁਣ ਇਹ ਹੈ ਕਿ ਵੀ ਦੁਨੀਆ ਦੇ ਭਾਵੇਂ 5000 ਚੈਨਲ ਦੁਨੀਆ ਦੇ ਉਹਨੂੰ ਟੈਲੀਕਾਸਟ ਕਰਨ, ਕਿਉਂ ਨਹੀਂ? ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਨੇ, ਉਸ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਰੱਖਦੇ ਨੇ। ਹਰੀ ਦਾ ਮੰਦਰ ਰੱਬ ਦਾ ਘਰ ਹੈ ਔਰ ਉਹਦੇ ਚ ਜਿਹੜਾ ਗੁਰਬਾਣੀ ਉਹਨਾਂ ਨੇ ਕੀਰਤਨ ਕਰਨਾ ਹੈ, ਕੋਈ ਤੁਹਾਡੇ ਕਿਸੇ ਸ਼ਾਇਰ ਦੀਆਂ ਲਿਖੀਆਂ ਨਜ਼ਮਾਂ ਨਹੀਂ ਨੇ ਜਿਹਦਾ ਕੋਈ ਕਾਪੀਰਾਈਟ ਹੈ। ਤੁਸੀਂ ਕਿੱਥੋਂ ਕਾਪੀਰਾਈਟ ਲੈ ਕੇ ਬਹਿ ਗਏ ਵੀ ਹੁਕਮਨਾਮਾ ਵੀ ਤੁਸੀਂ ਜਿਹੜਾ ਆਪਣੇ ਨਾਂ ਤੇ ਪੇਟੈਂਟ ਕਰਵਾਇਆ ਹੋਇਆ? ਸੋ ਮੈਂ ਇਹ ਸਮਝਦਾ ਵੀ ਇਹ ਟੈਸਟ ਵੀ ਹੈ ਔਰ ਇਸ ਮੁੱਦੇ ਦੇ ਉੱਤੇ ਸਿੱਖ ਸੰਗਤਾਂ ਨੂੰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ। ਕਈ ਵਾਰੀ ਇਸ਼ੂ ਹੁੰਦਾ ਹੈ, ਡੈਡ ਹੁੰਦਾ ਹੈ, ਇਹ ਸਿੱਖ ਸਿਆਸਤ ਦੀ ਮਿਹਰਬਾਨੀ ਹੈ ਉਹਨਾਂ ਦੇ ਵੈਬ ਪੋਰਟਲ ਦੀ ਕਿ ਉਹਨਾਂ ਨੇ ਇਹਨਾਂ ਨੂੰ ਐਕਸਪੋਜ਼ ਕਰਨ ਦੇ ਵਿੱਚ ਇਹ ਸਾਰਾ ਜਿਹੜਾ ਇਨੀਸ਼ੀਏਟ ਲਿਆ। ਸੋ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਵੀ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਇਹ ਜਿਹੜੇ ਇਹਨਾਂ ਦੇ ਬਣਾਏ ਹੋਏ ਜਥੇਦਾਰ ਨੇ ਉਹ ਇਸ ਗੱਲ ਨੂੰ ਲੈ ਕੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।